ਇਹ ਕਰਕੇ ਕਲਗੀਧਰ ਜੀ ਨੂੰ ਪੁੱਛਿਆ, ਕਿਮ ਤੁਰਕਨ ਕੋ ਹੋਏ ਕੋ ਕਾਜ। ਮਹਾਰਾਜ ਜੀ ਨਾ ਤੁਰਕਾਂ ਦਾ ਹੁਣ ਤਾਂ ਹਾਲੇ ਤਾਂ ਤੁਰਕਾਂ ਦਾ ਰਾਜ ਹੈ, ਇਹ ਕਿਵੇਂ ਖਤਮ ਹੋਣਗੇ? ਆਪ ਜੀ ਨੇ ਕਿਹਾ ਫਿਰੰਗੀਆਂ ਦਾ ਰਾਜ ਹੋ ਜਾਣਾ ਹਿੰਦੁਸਤਾਨ 'ਚ, ਪਰ ਇਹ ਉਹਦੇ ਤੋਂ ਪਹਿਲਾਂ ਤਾਂ ਤੁਰਕ ਨੇ। ਇਹਨਾਂ ਤੁਰਕਾਂ ਦਾ ਮਹਾਰਾਜ ਜੀ ਕੋ ਕਾਜ ਕਿਵੇਂ ਹੋਵੇਗਾ? ਇਹਨਾਂ ਦਾ ਰਾਜ ਕਿਵੇਂ ਖਤਮ ਹੋਵੇਗਾ? ਰਾਜ ਤੇਜ ਭੂਮੀ ਮੈਂ ਪੂਰਾ। ਕਿਉਂਕਿ ਇਸ ਵਕਤ ਇਹਨਾਂ ਦਾ ਰਾਜ ਤੇਜ ਪੂਰੀ ਧਰਤੀ ਦੇ ਉੱਤੇ ਫੈਲਿਆ ਹੋਇਆ ਹੈ। ਕਿਮ ਇਨ ਕੋ ਤਬ ਹੋਏ ਹੈ ਦੂਰਾ। ਇਹਨਾਂ ਦਾ ਰਾਜ ਮਹਾਰਾਜ ਜੀ ਕਿਵੇਂ ਦੂਰ ਹੋਵੇਗਾ? ਸੁਨ ਸਤਿਗੁਰ ਤਬ ਖੇਲ ਸੁਨਾਇਓ। ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਖੇਡ ਦੱਸੀ, ਜਥਾ ਭਵਿੱਖਤ ਮੈਂ ਬਨ ਆਇਓ। ਜੋ ਆਉਣ ਵਾਲੇ ਸਮੇਂ ਵਿੱਚ ਬਣਨਾ ਸੀ ਨਾ, ਤੁਰਕਾਂ ਦਾ ਰਾਜ ਜਾਣਾ ਸੀ, ਉਹ ਵੀ ਮਹਾਰਾਜ ਜੀ ਨੇ ਦੱਸਿਆ। ਅਕਬਰ ਬ੍ਰਹਮਚਾਰੀ ਤਨ ਧਾਰਾ। ਮਹਾਰਾਜ ਜੀ ਕਹਿਣ ਲੱਗੇ ਜਿਹੜਾ ਅਕਬਰ ਸੀ ਨਾ ਮੁਗਲਾਂ ਦਾ ਬਾਦਸ਼ਾਹ, ਉਹ ਇੱਕ ਬ੍ਰਹਮਚਾਰੀ ਸੀ ਪਿਛਲੇ ਜਨਮ ਦਾ, ਉਹਨੇ ਸਰੀਰ ਧਾਰਨ ਕੀਤਾ। ਧਰਮ ਆਪਣਾ ਖੂਬ ਸਵਾਰਾ। ਅਕਬਰ ਨੇ ਆਪਣਾ ਧਰਮ ਖੂਬ ਸਵਾਰਿਆ, ਉਹਨੇ ਦੀਨੇ ਲਾਹੀ ਨਾਮ ਦਾ ਧਰਮ ਜਿਹੜਾ ਸੀ ਉਹ ਚਲਾਇਆ। ਤਿਸ ਕੇ ਜਹਾਂਗੀਰ ਸੁਤ ਹੋਵਾ। ਅਕਬਰ ਦਾ ਅੱਗੇ ਪੁੱਤਰ ਜਹਾਂਗੀਰ ਬਾਦਸ਼ਾਹ ਹੋਇਆ। ਸ਼ਾਹ ਜਹਾਂ ਪੁਨ ਸਭ ਨੇ ਜੋਵਾ। ਜਹਾਂਗੀਰ ਤੋਂ ਅੱਗੇ ਸ਼ਾਹਜਹਾਨ ਸਭ ਨੇ ਵੇਖਿਆ, ਉਹਦਾ ਪੁੱਤ ਰਾਜ ਕਰਦਾ ਰਿਹਾ। ਆਏ ਵਲਾਇਤ ਤੇ ਤਿਸ ਭੌਨ। ਕਹਿੰਦੇ ਸ਼ਾਹਜਹਾਨ ਦੇ ਵੇਲੇ ਫਿਰੰਗੀ ਆਉਣਗੇ ਹਿੰਦੁਸਤਾਨ 'ਚ, ਉਦੋਂ ਆਏ ਨੇ। ਆ ਚੁੱਕੇ ਸੀ ਈਸਟ ਇੰਡੀਆ ਕੰਪਨੀ ਜਿਹੜੀ ਸੀ, ਉਹ 6ਵੇਂ ਪਾਤਸ਼ਾਹ ਦੇ ਵੇਲੇ ਆ ਚੁੱਕੀ ਸੀ। ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ ਸੀ। ਤੋਂ ਕਲਕੱਤੇ ਵਾਲੀ ਸਾਈਡ ਤੋਂ ਇਹ ਚੱਲ ਕੇ ਆਏ ਸਨ, ਉਸ ਬੰਦਰਗਾਹ ਤੋਂ। ਮਹਾਰਾਜ ਜੀ ਕਹਿਣ ਲੱਗੇ ਸ਼ਾਹਜਹਾਨ ਦੇ ਵੇਲੇ ਇਹ ਦੇਸ਼ ਵਿੱਚ ਵੜ ਜਾਣਗੇ ਜਿਹੜੇ ਫਿਰੰਗੀ ਹਨ। ਰਹੇ ਗੁਲਾਮ ਹੋਏ ਕਰ ਮੌਨ। ਹਾਲਾਂਕਿ ਉਦੋਂ ਤੱਕ ਕੋਈ ਅੰਗਰੇਜ਼ ਮਹਾਰਾਜ ਜੀ ਨੂੰ ਮਿਲਿਆ ਨਹੀਂ ਅਨੰਦਪੁਰ ਸਾਹਿਬ ਜਦੋਂ ਇਹ ਗੱਲ ਕਰ ਰਹੇ ਨੇ, ਪਰ ਕਲਗੀਧਰ ਜਾਣਦੇ ਨੇ ਦੇਸ਼ ਦੀ ਪਰਿਸਥਿਤੀ ਨੂੰ ਕਿ ਇਸ ਦੇਸ਼ ਵਿੱਚ ਅੰਗਰੇਜ਼ ਕਾਬਜ ਹੋ ਰਹੇ ਨੇ। ਇਹ ਮੇਰੇ ਸਾਹਿਬ ਦੀ ਕੈਸੀ ਦੂਰ ਅੰਦੇਸ਼ੀ ਦ੍ਰਿਸ਼ਟੀ ਹੈ ਜੋ ਮਹਾਰਾਜ ਜੀ ਵੇਖ ਰਹੇ ਨੇ ਸੰਸਾਰ ਵੱਲ, ਹਿੰਦੁਸਤਾਨ ਵੱਲ। ਗੁਰਦੇਵ ਤੋਂ ਪਹਿਲਾਂ ਸ਼ਾਹਜਹਾਨ ਬਾਦਸ਼ਾਹ ਹੋਇਆ, ਔਰ ਉਹਦੇ ਸਮੇਂ ਫਿਰੰਗੀ ਹਿੰਦੁਸਤਾਨ 'ਚ ਐਂਟਰ ਹੋ ਗਏ ਨੇ। ਇਹ ਕਲਗੀਧਰ ਜੀ ਨੂੰ ਪਤਾ, ਇਹਦੀ ਖਬਰ ਮਹਾਰਾਜ ਜੀ ਦੇ ਕੋਲ ਹੈ। ਮਹਾਰਾਜ ਜੀ ਦੱਸ ਰਹੇ ਨੇ, ਕਹਿੰਦੇ ਉਸ ਵੇਲੇ ਦੇ ਆ ਗਏ ਨੇ। ਹੌਲੇ ਹੌਲੇ ਕਰਕੇ ਜਿਹੜੇ ਮੋਨੇ ਫਿਰੰਗੀ ਨੇ ਹਿੰਦੁਸਤਾਨ ਦੇ, ਆ ਜਿਹੜੇ ਮੁਗਲ ਰਾਜੇ ਬਾਦਸ਼ਾਹ ਨੇ, ਉਹਨਾਂ ਦੇ ਗੁਲਾਮ ਹੋ ਜਾਣਗੇ। ਬਹੁਰ ਨੁਰੰਗ ਬੰਦ ਕਰ ਆਗੀ। ਸ਼ਾਹਜਹਾਨ ਤੋਂ ਬਾਅਦ ਇਸ ਵੇਲੇ ਨੁਰੰਗਾ ਜਿਹੜਾ ਵੱਡਾ ਬਾਦੀ ਹੈ, ਝਗੜਾਲੂ ਹੈ, ਈਰਖਾਲੂ ਹੈ, ਉਹ ਇਸ ਵੇਲੇ ਮੌਕੇ ਦਾ ਬਾਦਸ਼ਾਹ ਹੈ। ਮੀਰਾ ਸ਼ਾਹ ਸੇਵ ਮੈਂ ਲਾਗੀ। ਖਾਲਸਾ ਜੀ ਜਿਹੜਾ ਔਰੰਗਾ ਸੀ ਨਾ, ਇਹਦਾ ਇੱਕ ਗੁਰੂ ਸੀ, ਪੀਰ ਸੀ, ਉਹਦਾ ਨਾਂ ਸੀ ਮੀਰਾ ਸ਼ਾਹ। ਇਹ ਉਹਦੀ ਸੇਵਾ 'ਚ ਲੱਗਾ ਹੋਇਆ ਸੀ। ਦਾਰਾ ਸ਼ਿਕੋ ਨੂੰ ਪਤਾ ਕੀ ਕਹਿੰਦਾ ਸੀ? ਤਾਰਾ ਆਜਮ ਹੋਣਾ ਨਾਲ ਦੇ ਆਪਣੇ ਭਰਾਵਾਂ ਨੂੰ, ਸੁਜਾ ਮੁਹੰਮਦ ਹੋਣਾ ਨੂੰ, ਕਾਮ ਬਖਸ਼ ਹੋਣਾ ਨੂੰ, ਕਹਿੰਦਾ ਮੈਂ ਕਿਹੜਾ ਰਾਜ ਕਰਨਾ, ਮੈਂ ਤਾਂ ਫਕੀਰ ਬੰਦਾ, ਰਾਜ ਤੁਹਾਨੂੰ ਦੇ ਕੇ ਮੈਂ ਤਾਂ ਮੱਕੇ ਟੁਰ ਜਾਣਾ। ਮੁੜ ਕੇ ਉਹਨਾਂ ਨੂੰ ਵੀ ਮਾਰ ਕੇ ਆਪ ਰਾਜਾ ਬਣ ਗਿਆ। ਇਹ ਪਹਿਲਾਂ ਫਕੀਰੀ ਲਿਬਾਸ ਧਾਰਨ ਕਰਕੇ ਇੱਕ ਮੀਰਾ ਸ਼ਾਹ ਨਾਮ ਦਾ ਫਕੀਰ ਸੀ, ਇਹ ਔਰੰਗਾ ਉਹਦਾ ਚੇਲਾ ਬਣਿਆ ਰਿਹਾ। ਸਾਧਨ ਵਸਤ ਹੀਏ ਮੋ ਜਾਨੀ। ਇਹਨੇ ਸਾਧਨ ਵਸਤੂ ਜਿਹੜੀ ਸੀ ਆਪਣੇ ਹਿਰਦੇ 'ਚ ਜਾਣੀ, ਉਸ ਸਾਧੂ ਦੀ ਸੇਵਾ ਕਰਕੇ। ਤਉ ਨ ਝੂਟੀ ਬਾਤ ਪੁਰਾਨੀ। ਪਰ ਇਹਦੀ ਜਿਹੜੀ ਉਹ ਪੁਰਾਣੀ ਬਿਰਤੀ ਸੀ ਨਾ, ਜਿਵੇਂ ਕੁੱਤੇ ਨੂੰ ਤਖਤ ਤੇ ਬਿਠਾ ਦਿਓ ਫਿਰ ਉਹਦੀ ਚੱਕੀ ਚੱਟਣ ਦੀ ਬਿਰਤੀ ਨਹੀਂ ਜਾਂਦੀ, ਉਹ ਬਿਰਤੀ ਇਹਨੇ ਆਪਣੀ ਨਹੀਂ ਛੱਡੀ ਔਰੰਗੇ ਨੇ। ਮਗ ਖੁਦਾਏ ਕੋ ਲਖ ਕਰ ਭੂਲਾ। ਉਸ ਮੀਰਾ ਸ਼ਾਹ ਨਾਮ ਦੇ ਫਕੀਰ ਦੀ ਸੰਗਤ 'ਚ ਰਹਿ ਕੇ ਖੁਦਾ ਦਾ ਰਸਤਾ ਜਾਣ ਕੇ ਫਿਰ ਭੁੱਲ ਗਿਆ। ਯਾਨੀ ਕਿ ਸਿੱਧਾ ਫਕੀਰੀ ਵਾਲੇ ਪਾਸੇ ਚੱਲਦਾ ਚੱਲਦਾ ਮੁੜ ਕੇ ਫਿਰ ਉੱਥੋਂ ਡਿਵਰਟ ਹੋ ਗਿਆ, ਯੂ ਟਰਨ ਲੈ ਕੇ ਜਿਵੇਂ ਆਪਾਂ ਕਹਿ ਸਕਦੇ ਹਾਂ। ਮੁੜ ਕੇ ਫਿਰ ਵਿਕਾਰਾਂ ਵਾਲੇ ਪਾਸੇ ਚਲਾ ਗਿਆ, ਕਰੂਰਤਾ ਵਾਲੇ ਪਾਸੇ ਚਲਾ ਗਿਆ। ਲਾਲਚ ਲਗੇ ਰਾਜ ਮਦ ਫੂਲਾ। ਔਰ ਲਾਲਚ 'ਚ ਲੱਗੇ ਹੋਏ ਨੇ, ਰਾਜ ਦੇ ਨਸ਼ੇ ਦੇ ਹੰਕਾਰ ਦੇ ਵਿੱਚ ਫੁੱਲਿਆ ਫਿਰਦਾ। ਭਾਈ ਮਾਰਾ ਰਾਜ ਨ ਛੋਰਾ। ਵੇਖੋ ਭਰਾ ਮਾਰ ਦਿੱਤੇ, 4 ਭਰਾਵਾਂ ਦਾ ਕਾਤਲ ਹੈ ਇਹ ਔਰੰਗਾ।
ਆਪਣੇ 4 ਭਰਾ ਮਾਰ ਕੇ ਹਿੰਦੁਸਤਾਨ ਦੇ ਤਖਤ ਤੇ ਬੈਠਾ ਹੈ, ਤੇ ਭਰਾ ਮਾਰ ਕੇ ਵੀ ਰਾਜ ਦਾ ਹੰਕਾਰ ਨਹੀਂ ਛੱਡਿਆ। ਦਾਰਾ ਕਾਟ ਛਤਰ ਪਦ ਤੋਰਾ। ਸਭ ਤੋਂ ਵੱਡਾ ਗੁਨਾਹ ਇਹਨੇ ਆਪਣੇ ਭਰਾ ਦਾਰਾ ਸ਼ਕੋਹ ਨੂੰ ਮਾਰ ਕੇ ਕੀਤਾ, ਜਿਹੜਾ ਫਕੀਰ ਸੀ। ਦਾਰਾ ਸ਼ਕੋਹ ਗੁਰੂ ਘਰ ਦਾ ਸੇਵਕ ਵੀ ਬਣ ਗਿਆ ਸੀ, 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਦਾ ਸੇਵਕ ਬਣ ਗਿਆ ਸੀ। ਅਖੀਰ ਨੂੰ ਉਹਨੇ ਫਕੀਰੀ ਵਿੱਚ ਹੀ ਸਮਾਂ ਬਤੀਤ ਕੀਤਾ, ਮੁੜ ਕੇ ਉਹਨੂੰ ਵੀ ਗ੍ਰਿਫਤਾਰ ਕਰਕੇ ਇਹਨੇ ਕਤਲ ਕੀਤਾ। ਤੇ ਦਾਰਾ ਸ਼ਕੋਹ ਨੂੰ ਮਾਰ ਕੇ ਸਮਝ ਸਕਦੇ ਹਾਂ ਔਰੰਗੇ ਨੇ ਆਪਣੇ ਸਿਰ ਦਾ ਛਤਰ ਪਦ ਤੋੜਿਆ ਹੈ। ਮਦ ਪਰ ਰਾਜ ਕਰਤ ਇਕ ਸਾਊ। ਔਰ ਹੰਕਾਰ ਦੇ ਵਿੱਚ ਭਰਿਆ ਹੋਇਆ ਆ ਇੱਕ ਸ਼ਾਹ ਔਰੰਗਾ ਰਾਜ ਕਰ ਰਿਹਾ ਹੈ। ਹਮ ਸੋ ਵੈਰ ਵਦੇ ਸਹਿ ਜਾਊ। ਔਰ ਸਹਿਜੇ ਹੀ ਇਹਨੇ ਸਾਡੇ ਨਾਲ ਵੈਰ ਵਧਾਇਆ ਹੋਇਆ, ਸਾਡੇ ਨਾਲ ਇਹਦਾ ਵੈਰ ਅੱਗੇ ਹੋਰ ਵਧਣਾ, ਕਿਉਂਕਿ ਹਾਲੇ ਔਰੰਗਜ਼ੇਬ ਨਾਲ ਕੋਈ ਜੰਗ ਨਹੀਂ ਸੀ ਹੋਇਆ। ਗੁਰਦੇਵ ਜਦੋਂ ਇਹ ਬਚਨ ਕਰ ਰਹੇ ਨੇ, ਸਿੰਘਾਂ ਨੂੰ ਦੱਸ ਰਹੇ ਨੇ, ਮਹਾਰਾਜ ਕਹਿੰਦੇ ਔਰੰਗਾ ਸਹਿਜੇ ਹੀ ਹੁਣ ਸਾਡੇ ਨਾਲ ਵੈਰ ਵਧਾਵੇਗਾ। ਕਰੇ ਜੋਰ ਤੇ ਜਗ ਤੇ ਅਨੀਤ। ਆਪਣਾ ਜ਼ੋਰ ਪਾ ਕੇ ਇਸ ਜਗਤ ਦੇ ਵਿੱਚ ਅਨੀਤੀਆਂ ਕਰੇਗਾ, ਕੋਝੇ ਕਰਮ ਕਰੇਗਾ। ਔਰੰਗਾ ਪਹਿਲਾਂ ਵੀ ਕੀਤੇ ਨੇ, ਅੱਗੇ ਵੀ ਕਰੇਗਾ। ਦੀਨ ਵਧਾਵਨ ਮੈਂ ਧਰ ਚੀਤ। ਕਿਉਂਕਿ ਇਹਦਾ ਮਨ ਕੇਵਲ ਇੱਕੋ ਹੀ ਹੈ ਵੀ ਮੈਂ ਆਪਣੇ ਦੀਨ ਦਾ ਵਾਧਾ ਕਰਨਾ, ਮੈਂ ਆਪਣੇ ਮਜ਼ਹਬ ਨੂੰ ਵਧਾਉਣਾ ਹੈ। ਆਪਣੇ ਮਜ਼ਹਬ ਨੂੰ ਵਧਾਉਣ ਵਾਸਤੇ ਇਹਨੇ ਪਹਿਲਾਂ ਵੀ ਜ਼ੁਲਮ ਕੀਤੇ ਨੇ, ਹੁਣ ਵੀ ਕਰ ਰਿਹਾ ਹੈ। ਮੱਕੇ ਹੇਤ ਬੰਦਗੀ ਜਾਹੈ। ਪਾਤਸ਼ਾਹ ਕਹਿੰਦੇ ਮੱਕੇ ਜਾਂਦਾ ਬੰਦਗੀ ਵਾਸਤੇ, ਜਦੋਂ ਇਹ ਮੱਕੇ ਪਹੁੰਚ ਕੇ ਜਾ ਕੇ ਬੰਦਗੀ ਕਰਦਾ ਹੈ। ਮੰਗੈ ਇਹੋ ਮੋਹਿ ਨੂਰ ਸਲਾਹੈ। ਉੱਥੇ ਮੱਕੇ ਜਾ ਕੇ ਨਾ ਇਹ ਮੰਗ ਕਰਦਾ ਹੈ, ਕਹਿੰਦਾ ਹੇ ਖੁਦਾ, ਮੇਰਾ ਜਿਹੜਾ ਇਲਾਹੀ ਨੂਰ ਤੇ ਪ੍ਰਤਾਪ ਹੈ ਉਹ ਸਾਰਿਆਂ ਵਿੱਚ ਛਾ ਜਾਵੇ। ਔਰੰਗਾ ਮੱਕੇ ਜਾਂਦਾ ਬੰਦਗੀ ਕਰਨ ਲਈ, ਔਰ ਉੱਥੇ ਜਾ ਕੇ ਇਹ ਮੰਗ ਕਰਦਾ ਹੈ ਕਿ ਮੇਰਾ ਨੂਰ, ਮੇਰਾ ਪ੍ਰਤਾਪ ਸਾਰਿਆਂ ਤੇ ਛਾ ਜਾਵੇ ਪੂਰੇ ਹਿੰਦੁਸਤਾਨ 'ਚ। ਕਿਉਂਕਿ ਔਰੰਗਾ ਕੇਵਲ ਬਾਦਸ਼ਾਹ ਹੀ ਨਹੀਂ ਸੀ ਬਣ ਕੇ ਰਹਿਣਾ ਚਾਹੁੰਦਾ, ਔਰੰਗਾ ਇਸਲਾਮ ਧਰਮ ਦਾ ਰਹਿਬਰ ਬਣ ਕੇ ਵੀ ਵਿਚਰਨਾ ਚਾਹੁੰਦਾ ਸੀ ਕਿ ਮੇਰਾ ਪ੍ਰਤਾਪ ਹੋਵੇ ਇਸਲਾਮ ਧਰਮ ਦੇ ਵਿੱਚ, ਲੋਕ ਮੈਨੂੰ ਇੱਕ ਵੱਡਾ ਪੈਗੰਬਰ ਸਮਝਣ ਖੁਦਾ ਦਾ। ਇਦਾਂ ਦੀ ਬਿਰਤੀ ਰੱਖਦਾ ਸੀ। ਹੋਈ ਆਵਾਜ਼ ਰਾਤ ਕੋ ਤਾਈ। ਕਹਿੰਦੇ ਜਦੋਂ ਇੱਕ ਦਿਨ ਮੱਕੇ ਗਿਆ, ਮੱਕੇ ਜਾ ਕੇ ਨੇ ਖੁਦਾ ਕੋਲੋਂ ਮੰਗ ਮੰਗੀ ਆਪਣੇ ਧਿਆਨ ਦੇ ਵਿੱਚੋਂ ਕਿ ਹੇ ਖੁਦਾ, ਮੇਰਾ ਤੇਜ, ਮੇਰਾ ਪ੍ਰਤਾਪ ਸਾਰੇ ਹਿੰਦੁਸਤਾਨ ਵਿੱਚ ਛਾ ਜਾਵੇ, ਸਭ ਤੇ ਛਾ ਜਾਵੇ, ਇੱਥੋਂ ਦੇ ਸਾਰੇ ਬਸ਼ਿੰਦਿਆਂ ਤੇ ਛਾ ਜਾਵੇ। ਤਾਂ ਔਰੰਗਜ਼ੇਬ ਨੂੰ ਅੱਗੋਂ ਆਵਾਜ਼ ਆਈ, ਔਰੰਗੇ ਨੂੰ, ਕਲਗੀਧਰ ਕਹਿੰਦੇ ਰਾਤ ਦਾ ਸਮਾਂ ਸੀ, ਔਰੰਗੇ ਨੂੰ ਅੱਗੋਂ ਆਵਾਜ਼ ਆਈ, ਸਭ ਪਰ ਬਲੀ ਗੁਰੂ ਪਰ ਨਾਈ। ਔਰੰਗੇ ਨੂੰ ਅੱਗੋਂ ਆਵਾਜ਼ ਆਈ, ਆਖਿਆ ਔਰੰਗਿਆ, ਤੇਰਾ ਤੇਜ ਸਾਰਿਆਂ ਤੇ ਛਾ ਜਾਏਗਾ, ਪਰ ਗੁਰੂ ਨਾਨਕ ਦੇ ਘਰ ਉੱਤੇ ਤੇਰਾ ਤੇਜ ਨਹੀਂ ਚੱਲਣਾ। ਬਾਕੀ ਹਿੰਦੁਸਤਾਨ ਦੇ ਸਾਰੇ ਲੋਕਾਂ ਤੇ ਤੇਰਾ ਤੇਜ ਛਾ ਜਾਏਗਾ, ਚੱਲ ਜਾਏਗਾ, ਪਰ ਗੁਰੂ ਘਰ ਦੇ ਉੱਤੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਉੱਤੇ, ਗੁਰੂ ਨਾਨਕ ਸਾਹਿਬ ਦੇ ਘਰ ਉੱਤੇ ਤੇਰਾ ਤੇਜ ਨਹੀਂ ਚੱਲਣਾ। ਕਿਉਂਕਿ ਉਹਨਾਂ ਦਾ ਤੇਜ ਕਰੋੜਾਂ ਸੂਰਜਾਂ ਦੇ ਸਮਾਨ ਹੈ, ਔਰ ਤੇਰਾ ਤੇਜ ਉਹਨਾਂ ਦੇ ਸਾਹਮਣੇ ਜਗਦੇ ਹੋਏ ਇੱਕ ਟਟਹਿਣੇ ਦੇ ਸਮਾਨ ਹੈ। ਸਭ ਤੇ ਬਲੀ ਹੋ ਸਕਦਾ ਤੂੰ, ਪਰ ਤੇਰਾ ਪ੍ਰਤਾਪ ਗੁਰੂ ਨਾਨਕ ਦੇ ਘਰ ਉੱਤੇ ਨਹੀਂ ਛਾ ਸਕਦਾ। ਤੂੰ ਹਜ਼ਾਰਾਂ, ਲੱਖਾਂ, ਕਰੋੜਾਂ ਹਿੰਦੂਆਂ ਨੂੰ ਮੁਸਲਮਾਨ ਬਣਾ ਸਕਦਾ, ਪਰ ਗੁਰੂ ਨਾਨਕ ਦੇ ਦਰ ਘਰ ਦਿਆਂ ਮੁਰੀਦਾਂ ਨੂੰ ਕਿਸੇ ਨੂੰ ਵੀ ਲਾਲਚ ਦੇ ਕੇ, ਜਬਰੀ ਕਰਕੇ, ਜ਼ੁਲਮ ਕਰਕੇ ਤੂੰ ਸਿੱਖ ਧਰਮ ਦਾ ਤਿਆਗ ਕਰਾ ਕੇ ਮੁਸਲਮਾਨ ਨਹੀਂ ਬਣਾ ਸਕੇਗਾ। ਕਿਤਨੇ ਤਸ਼ੱਦਦ ਭਰੇ ਸਮੇਂ ਰਹੇ ਨੇ ਸਿੰਘਾਂ ਤੇ। ਕਿਸੇ ਇੱਕ ਵੀ ਸਿੱਖ ਦਾ ਐਸਾ ਇਤਿਹਾਸ ਨਹੀਂ ਆਉਂਦਾ ਕਿ ਕਿਸੇ ਸਿੱਖ ਨੇ ਕਿਸੇ ਲਾਲਚ ਵਸ ਹੋ ਕੇ, ਦਬਾਅ ਥੱਲੇ ਆ ਕੇ, ਡਰ ਕੇ, ਭੈ ਭੀਤ ਹੋ ਕੇ, ਮੌਤ ਦੇ ਖੌਫ ਤੋਂ ਸਿੱਖ ਧਰਮ ਦਾ ਤਿਆਗ ਕਰਕੇ ਇਸਲਾਮ ਕਬੂਲਿਆ ਹੋਵੇ। ਕਿਸੇ ਇੱਕ ਵੀ ਸਿੱਖ ਦੀ ਸਾਖੀ ਨਹੀਂ ਆਉਂਦੀ। ਤੇ ਐਸੀਆਂ ਸੈਂਕੜੇ ਸਾਖੀਆਂ ਨੇ ਸਿੱਖਾਂ ਦੀਆਂ ਜਿਨ੍ਹਾਂ ਨੇ ਗੁਰੂ ਪੰਥ ਤੋਂ ਆਪਣਾ ਆਪ ਕੁਰਬਾਨ ਕਰ ਦਿੱਤਾ,
ਸਿੱਖ ਧਰਮ ਨਹੀਂ ਤਿਆਗਿਆ। ਐਸੇ ਸੈਂਕੜੇ ਸਿੱਖਾਂ ਦੇ ਕੁਰਬਾਨੀਆਂ ਦੇ ਸਾਖੀਆਂ ਨੇ। ਕਲਗੀਧਰ ਜੀ ਦੱਸ ਰਹੇ ਨੇ, ਔਰੰਗਾ ਜਦੋਂ ਮੱਕੇ ਪੁਕਾਰ ਕਰਦਾ ਸੀ ਨਾ, ਕਹਿੰਦਾ ਮੇਰਾ ਤੇਜ ਸਭ ਤੇ ਛਾ ਜਾਏ। ਆਵਾਜ਼ ਆਈ ਅੱਗੋਂ, ਔਰੰਗਜ਼ੇਬ ਸਭ ਤੇ ਛਾ ਜਾਏਗਾ, ਪਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਤੇ ਤੇਰਾ ਤੇਜ ਨਹੀਂ ਚੱਲ ਸਕਦਾ। ਇਮ ਸੁਪਨੇ ਮੈਂ ਸੁਨ ਕਰ ਕੂਰਾ। ਕਹਿੰਦੇ ਔਰੰਗਜ਼ੇਬ ਨੂੰ ਇਹ ਸੁਪਨਾ ਆਇਆ ਸੀ, ਸੁਪਨੇ 'ਚ ਉਹਨੂੰ ਇਹ ਆਵਾਜ਼ ਸੁਣਾਈ ਦਿੱਤੀ ਹੈ। ਔਰ ਉਸ ਝੂਠੇ ਨੇ ਕੂੜਾ, ਕਿਉਂਕਿ ਔਰੰਗਾ ਝੂਠਾ ਹੈ, ਕੂੜਾ ਹੈ। ਹਿੰਦੂ ਧਰਮ ਕਰਨ ਲਗ ਦੂਰਾ। ਹਿੰਦੂ ਧਰਮ ਨੂੰ ਦੂਰ ਕਰਨ ਲੱਗਾ, ਹਿੰਦੂ ਧਰਮ ਦੇ ਉੱਤੇ ਕਸਾਈ ਬਣ ਕੇ ਉਹਨਾਂ ਨੂੰ ਮਾਰਨ ਲੱਗਾ, ਧਰਮ ਸਥਾਨ ਢਾਉਣ ਲੱਗਾ। ਜਿਸ ਕਿਸ ਤੇ ਅਜ਼ਮਤ ਪਤੀ ਆਵੇ। ਜਿਹੜੇ ਵੀ ਕਿਸੇ ਮਹਾਂਪੁਰਸ਼ ਨੂੰ ਫੜਦਾ ਸੀ, ਫੜ ਕੇ ਉਹਨਾਂ ਦੀਆਂ ਕਰਾਮਾਤਾਂ ਪਰਖਦਾ ਸੀ, ਵਿਖਾਓ ਮੈਨੂੰ ਅਜ਼ਮਤ ਕਰਾਮਾਤ। ਹਮਰੇ ਸੰਗ ਸੰਗਰਾਮ ਮਚਾਵੇ। ਇਹ ਹੁਣ ਸਾਡੇ ਨਾਲ ਸੰਗਰਾਮ ਮਚਾਵੇਗਾ, ਕਿਉਂਕਿ ਇਹਨੂੰ ਪਤਾ ਹੈ, ਇਹਨੂੰ ਆਵਾਜ਼ ਆ ਚੁੱਕੀ ਹੈ ਕਿ ਇਹਨਾਂ ਦੇ ਘਰ ਤੇ ਮੇਰਾ ਤੇਜ ਨਹੀਂ ਚੱਲਣਾ, ਇਹਨਾਂ ਨੂੰ ਮੈਂ ਕਿਸੇ ਲਾਲਚ ਵਸ ਹੋ ਕੇ ਆਪਣੇ ਅਧੀਨ ਨਹੀਂ ਕਰ ਸਕਦਾ। ਇਹ ਹੁਣ ਸਾਡੇ ਨਾਲ ਸੰਗਰਾਮ ਕਰੇਗਾ, ਜੰਗ ਕਰੇਗਾ, ਫੌਜਾਂ ਭੇਜੇਗਾ। ਹਰ ਕੀ ਕਰਨੀ ਨਾਏ ਵਿਚਾਰੀ। ਇਹਨੇ ਹਰੀ ਦੀ ਜਿਹੜੀ ਕਰਨੀ, ਹਾਲਾਂਕਿ ਪ੍ਰਮਾਤਮਾ ਨੇ ਸਿੱਧਾ ਸੰਕੇਤ ਦਿੱਤਾ ਇਹਨੂੰ, ਪਰ ਇਹਨੇ ਫਿਰ ਵੀ ਉਸ ਨੂੰ ਨਜ਼ਰਅੰਦਾਜ਼ ਕਰ ਦੇਣਾ। ਪਰਮੇਸ਼ਰ ਦੀ ਜਿਹੜੀ ਕਰਨੀ ਸੀ, ਉਹਦੀ ਆਵਾਜ਼ ਆ ਗਈ, ਇਹਨੂੰ ਸੁਣਾਈ ਵੀ ਦੇ ਗਿਆ ਸਭ ਕੁਝ, ਪਰ ਇਹਨੇ ਫਿਰ ਵੀ ਉਸ ਨੂੰ ਨਹੀਂ ਮੰਨਣਾ। ਹਮ ਪਰ ਚਇਓ ਕਰਿਓ ਬਲ ਭਾਰੀ। ਇਹ ਸਾਡੇ ਤੇ ਆਪਣਾ ਬਲ ਕਰਨਾ ਚਾਹੁੰਦਾ, ਸਾਡੇ ਤੇ ਆਪਣਾ ਜ਼ੋਰ ਪਾਉਣਾ ਚਾਹੁੰਦਾ, ਜੋ ਕਦੇ ਨਹੀਂ ਪਵੇਗਾ। ਗੁਰ ਪ੍ਰਸਾਦ ਮਜਬ ਜਿਨ ਧਾਰਾ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ, ਸਤਿਗੁਰਾਂ ਦੀ ਦਇਆ ਦੇ ਨਾਲ ਮਜਬ ਧਾਰਿਆ, ਇਹ ਧਰਮ ਧਾਰਨ ਕੀਤਾ। ਮਾਰੇਂਗੇ ਸਭ ਜੁੱਧ ਮਝਾਰਾ। ਉਹ ਮੇਰੇ ਜਿੰਨੇ ਸਿੰਘ ਨੇ ਨਾ, ਮੇਰਾ ਨਿਲੰਬਰ ਧਾਰਾ, ਤਬ ਉੱਠੇ ਸਿੰਘ ਭੁਜੰਗੀਏ ਨਿਲੰਬਰ ਧਾਰਾ। ਮੇਰਾ ਇਹ ਜਿਹੜਾ ਖਾਲਸਾ, ਇਹ ਜੰਗ ਦੇ ਮੈਦਾਨ ਦੇ ਵਿੱਚ ਇਹਨਾਂ ਦੀਆਂ ਸੂਰਮਿਆਂ ਨੂੰ, ਫੌਜਾਂ ਨੂੰ ਯੁੱਧ ਕਰਕੇ ਮਾਰੇਗਾ। ਤੁਰਕ ਤੇਜ ਜਗ ਹੋਏ ਬਿਨਾਸੀ। ਇਹਨਾਂ ਜਿਹੜਾ ਤੁਰਕਾਂ ਦਾ ਤਪ ਤੇਜ ਹੈ, ਇਹਦਾ ਵਿਨਾਸ਼ ਹੋਵੇਗਾ, ਨਾਸ਼ ਹੋਵੇਗਾ। ਕਰੇ ਕਿਰਤ ਕੋ ਲੈ ਦੁਖ ਰਾਸੀ। ਔਰ ਇਦਾਂ ਦੀ ਕਿਰਤ ਕਰਕੇ, ਜਿਹੜੀ ਇਹ ਖੋਟੀ ਕਿਰਤ ਕਰ ਰਿਹਾ ਔਰੰਗਾ, ਇਹਦੇ ਅੱਗੇ ਜਿਹੜੇ ਅਨਿਆਈ ਨੇ ਉਹ ਕਰਨਗੇ, ਇਹਨਾਂ ਦਾ ਭਾਰੀ ਦੁੱਖ ਇਹਨਾਂ ਨੂੰ ਪ੍ਰਾਪਤ ਹੋਵੇਗਾ। ਤਜੈ ਕਲੇਵਰ ਹਮ ਜਿਸ ਬੇਰ। ਪਾਤਸ਼ਾਹ ਕਹਿਣ ਲੱਗੇ, ਜਦੋਂ ਅਸੀਂ ਆਪਣਾ ਇਹ ਸਰੀਰ ਤਿਆਗ ਕੇ ਜੋਤੀ ਜੋਤ ਸਮਾਵਾਂਗੇ, ਬੀਤੈ ਬਰਖ 43 ਕੇਰ। ਸਾਡੇ ਸਰੀਰ ਤਿਆਗਣ ਤੋਂ ਬਾਅਦ ਤਕਰੀਬਨ 43 ਸਾਲ ਬਾਅਦ ਝਾੜ ਝਾੜ ਮੈਂ ਸਿੰਘ ਉੱਠੇ। ਇਹ ਖਾਲਸੇ ਦਾ ਬੜਾ ਔਖਾ ਵੇਲਾ ਸੀ। ਪਾਤਸ਼ਾਹ ਕਹਿੰਦਾ, ਝਾੜ ਝਾੜ ਚੋਂ ਸਿੰਘ ਪੈਦਾ ਹੋਣਗੇ। ਜਦੋਂ ਅਸੀਂ ਸਰੀਰ ਤਿਆਗਾਂਗੇ, ਸਾਡੇ ਸਰੀਰ ਤਿਆਗਣ ਤੋਂ ਤਕਰੀਬਨ 43 ਵਰ੍ਹੇ ਬਾਅਦ ਮਹਾਰਾਜ ਜੀ ਕਹਿੰਦੇ ਝਾੜ ਝਾੜ ਚੋਂ ਸਿੰਘ ਪੈਦਾ ਹੋਣਗੇ। ਜਥੇਦਾਰ ਨਵਾਬ ਕਪੂਰ ਸਿੰਘ ਜੀ ਜੰਗਲਾਂ ਵਿੱਚ ਹੀ ਉਦੋਂ ਖਾਲਸਾ ਜੀ ਅੰਮ੍ਰਿਤ ਸੰਚਾਰ ਹੁੰਦਾ ਸੀ, ਤੇ ਨਵਾਬ ਕਪੂਰ ਸਿੰਘ ਸਾਹਿਬ ਜੀ ਨੇ ਜਦੋਂ ਪੌਲ ਤਿਆਰ ਕਰਕੇ ਸਿੰਘਾਂ ਨੂੰ ਛਕਾਉਣੀ, ਤੇ ਸਭ ਨੂੰ ਪੌਲ ਛਕਾ ਕੇ ਜਿਹੜਾ ਜਲ ਥੋੜਾ ਜਿਹਾ ਬਚ ਜਾਣਾ ਨਾ, ਪਿੱਛੇ ਬਾਟੇ ਵਿੱਚ ਖੰਡੇ ਦੀ ਪੌਲ ਬਚ ਜਾਣੀ, ਤੇ ਨਵਾਬ ਕਪੂਰ ਸਿੰਘ ਹੋਣਾ ਨੇ ਨਾ ਇਦਾਂ ਜੰਗਲ ਵਿੱਚ ਝਾੜ ਹੋਣੇ ਉੱਤੇ, ਉਹ ਜਲ ਦਾ ਨਾ ਇਦਾਂ ਛਿੱਟਾ ਮਾਰਨਾ। ਸਿੰਘਾਂ ਨੇ ਪੁੱਛਣਾ, ਨਵਾਬ ਜੀ ਇਹ ਕੀ ਕਰਦੇ ਜੇ? ਕਹਿਣ ਲੱਗੇ, ਖਾਲਸਾ ਜੀ ਇਹਨਾਂ ਝਾੜਾਂ ਦੇ ਵਿੱਚੋਂ ਆਉਣ ਵਾਲੇ ਸਮੇਂ 'ਚ ਸਿੰਘਾਂ ਨੇ ਪੈਦਾ ਹੋਣਾ ਨਿਲੰਬਰ ਧਾਰਨ ਕਰਕੇ। ਇਹ ਬੀਜ ਬੀਜਿਆ ਜਾ ਰਿਹਾ ਖਾਲਸੇ ਦਾ। ਕਲਗੀਧਰ ਸਵਾਮੀ ਜੀ ਕਰ ਰਹੇ ਨੇ ਬਚਨ, ਤੁਸੀਂ ਹੈਰਾਨ ਹੋਵੋਗੇ ਸਿੱਖ ਇਤਿਹਾਸ ਨੂੰ ਵਾਚਦਿਆਂ। ਜਦੋਂ ਵੀ ਕਿਤੇ ਸਿੰਘ ਲੜੇ ਨੇ, 2-4 ਜੰਗ ਸ਼ੁਰੂ ਕਰਦੇ ਸਨ, ਲੜਨ ਵੇਲੇ 2-4 ਸ਼ੁਰੂ ਹੁੰਦੇ ਸਨ, ਅਚਾਨਕ 15, 20, 50 ਫੇਰ ਉੱਥੇ ਪਹੁੰਚ ਜਾਂਦੇ ਸੀ। ਉਹ ਕਿੱਥੋਂ ਆ ਜਾਂਦੇ ਸਨ, ਕਿੱਧਰੋਂ ਨਿਕਲ ਆਉਂਦੇ ਸਨ? ਝਾੜਾਂ ਚੋਂ। ਕਹਿੰਦੇ ਮਹਾਰਾਜ ਗੁਰੂ ਕਲਗੀਧਰ ਦਾ ਪ੍ਰਤਾਪ ਸੀ, ਜਿਹੜਾ ਬਚਨ ਗੁਰਦੇਵ ਨੇ ਕੀਤਾ, ਉਹਨਾਂ ਬਚਨਾਂ ਦਾ ਪ੍ਰਤਾਪ ਸੀ। ਤਬ ਉੱਠੇ ਸਿੰਘ ਭੁਜੰਗੀਏ ਨੇ ਲੰਭਰ ਧਾਰਾ। ਮਹਾਰਾਜ ਜੀ ਕਹਿੰਦੇ ਝਾੜ ਝਾੜ ਮੈਂ ਸਿੰਘ ਉਠੇ ਹੈ। ਝਾੜ ਝਾੜ ਦੇ ਵਿੱਚ ਉੱਠਣਗੇ। ਪਲੇ ਪੜੋਸੇ ਇਨ ਮੈਂ ਆਵੈਂ।
ਕਹਿੰਦੇ ਪਾਲੇ ਪਲਾਸੇ, ਇਹ ਨਹੀਂ ਵੀ ਇਹਨਾਂ ਨੂੰ ਪੈਦਾ ਕਰਨੇ ਪੈਣੇ, ਪਲੇ ਪਲਾਈ ਆਉਂਦੇ ਆ ਇਹਨਾਂ ਵਿੱਚ, ਖਾਲਸੇ ਵਿੱਚ ਸੱਜ ਧੱਜ ਕੇ ਆਪੇ ਹੀ ਆ ਕਹਿੰਦੇ ਆ ਮਹਾਰਾਜ ਸਾਨੂੰ ਸਿੰਘ ਸਜਾ ਲਓ। ਉਹ ਸ਼ਹੀਦੀ ਫੌਜਾਂ ਕਿੱਥੋਂ ਆਉਂਦੀਆਂ, ਅਚਾਨਕ ਹੀ ਆ ਪਹੁੰਚਦੀਆਂ ਨੇ। ਇਹ ਖਾਲਸਾ ਜੀ ਸਿੰਘਾਂ ਦੀ ਆਸਥਾ ਹੈ, ਸ਼ਰਧਾ ਹੈ। ਔਰ ਜਿਹੜਾ ਇਤਿਹਾਸ ਸ਼ਰਧਾ ਲਬਰੇਜ ਹੁੰਦਾ ਉਹ ਸਿੱਖਾਂ ਦੇ ਵਿੱਚ ਉਤਸ਼ਾਹ ਭਰਦਾ, ਸਿੱਖਾਂ ਪ੍ਰਤੀ ਜਜ਼ਬਾਤ ਪੈਦਾ ਕਰਦਾ, ਸਿੱਖ ਧਰਮ ਪ੍ਰਤੀ ਭਰੋਸਾ ਪੈਦਾ ਕਰਦਾ, ਗੁਰੂ ਪ੍ਰਤੀ ਭਰੋਸਾ ਪੈਦਾ ਕਰਦਾ। ਜਿਹੜਾ ਇਤਿਹਾਸ ਕੇਵਲ ਦਿਮਾਗ ਦੇ ਤਲ ਤੇ ਲਿਖਿਆ ਜਾਂਦਾ, ਸ਼ਰਧਾ ਵਿਹੂਣਾ ਹੋ ਕੇ ਉਹਨਾਂ ਨੇ ਕੇਵਲ ਤੱਥ ਵੇਖਣੇ ਹੁੰਦੇ ਨੇ, ਮੌਕੇ ਦੀਆਂ ਪਰਿਸਥਿਤੀਆਂ ਵੇਖ ਕੇ ਉਹਦੇ ਮੁਤਾਬਕ ਹੀ ਲਿਖਣਾ ਹੁੰਦਾ। ਪਰ ਜਿਹੜਾ ਸਿੱਖ ਇਤਿਹਾਸ ਸ਼ਰਧਾ ਸਹਿਤ ਲਿਖਿਆ ਗਿਆ ਹੈ, ਉਸ ਸਿੱਖ ਇਤਿਹਾਸ ਦੇ ਵਿੱਚ ਗੁਰੂ ਪ੍ਰਤੀ ਪ੍ਰੇਮ, ਵਿਸ਼ਵਾਸ, ਭਰੋਸਾ, ਅਕੀਦਾ ਜਿਹੜਾ ਉਹ ਵਿਖਾਇਆ ਜਾਂਦਾ ਹੈ। ਤੋ ਮਹਾਰਾਜ ਜੀ ਦੱਸ ਰਹੇ ਨੇ, ਕਹਿੰਦੇ ਝਾੜ ਝਾੜ ਮੈਂ ਸਿੰਘ ਉਠੇ ਹੈ, ਝਾੜ ਝਾੜ ਚੋਂ ਸਿੰਘ ਪੈਦਾ ਹੋਣਗੇ। ਜਿਤ ਕਿਤ ਸੰਗਰ ਭੀਮ ਮਚੇ, ਜਿੱਧਰ ਕਿੱਧਰ ਭਿਆਨਕ ਸੰਗਰ ਹੋਵੇਗਾ, ਸਿੰਘਾਂ ਦੇ ਜੰਗ ਯੁੱਧ ਹੋਣਗੇ ਨਾ ਮਲੇਛਾਂ ਦੇ ਨਾਲ। ਲੂਟਤ ਕੂਟਤ ਮਾਰਤ ਮਰੈ, ਲੁੱਟਦਿਆਂ ਕੁੱਟਦਿਆਂ ਮਾਰਦਿਆਂ ਮਰਨਗੇ। ਸੀਸ ਅੰਤ ਗਿਣਤੀ ਕੋ ਕਰੈ, ਕਿੰਨੇ ਕੁ ਸੀਸ ਮੇਰੇ ਸਿੰਘ ਇਸ ਸਿੱਖੀ ਦੇ ਮਹੱਲ ਨੂੰ ਉਸਾਰਨ ਵਾਸਤੇ ਲਾਉਣਗੇ, ਉਹਨਾਂ ਸਿਰਾਂ ਦੀ ਗਿਣਤੀ ਨਹੀਂ ਹੋਣੀ। ਕਿੰਨੇ ਕੁ ਸਿਰ ਸਿੱਖੀ ਦੇ, ਗੁਰੂ ਨਾਨਕ ਦੀ ਇਸ ਸਿੱਖੀ ਦੇ ਮਹੱਲ ਨੂੰ ਉਸਾਰਨ ਲਈ ਆਪਣੇ ਸਿਰ ਇਸ ਨੀਹਾਂ ਦੇ ਥੱਲੇ ਰੱਖਣਗੇ, ਉਹਨਾਂ ਸਿਰਾਂ ਦੀ ਗਿਣਤੀ ਨਹੀਂ। ਜਬੋਂ 18 ਸਹਿ ਹੋਏ ਪੂਰੇ, ਇਦਾਂ ਜਦੋਂ 1800 ਪੂਰਾ ਹੋ ਜਾਏਗਾ ਸੰਮਤ ਬਿਕਰਮੀ, ਲੁਟੈ ਗ੍ਰਾਮਪੁਰ ਦੂਰੇ ਦੂਰੇ, ਉਦੋਂ ਖਾਲਸਾ ਦੂਰ ਦੂਰ ਤੱਕ ਮਾਰ ਕਰੇਗਾ। ਉਧਰ ਪਾਣੀਪਤ ਤੋਂ ਅੱਗੇ ਮਥੁਰਾ ਤੱਕ ਜਾ ਕੇ ਖਾਲਸੇ ਦਾ ਬੋਲਬਾਲਾ ਹੋਵੇਗਾ। ਮਥੁਰਾ ਤੱਕ, ਉਧਰ ਮੇਰਠ ਤੱਕ, ਯੂਪੀ ਦੇ ਇਲਾਕੇ ਦੇ ਵਿੱਚ ਕਹਿੰਦੇ ਮੇਰੇ ਖਾਲਸੇ ਦਾ ਦੂਰ ਦੂਰ ਤੱਕ ਤੇਜ ਪ੍ਰਤਾਪ ਵਧੇਗਾ। 40 ਬਰਖ ਬੀਤੇ ਹਮ ਪਾਛੇ, ਇਸੇ ਤਰ੍ਹਾਂ 40 ਬਰਖ ਬੀਤਿਆਂ ਸਾਡੇ ਪਿੱਛੋਂ। ਪਸ਼ਚਮ ਦਿਸ਼ ਕੇ ਆਵਨ ਬਾਛੇ, ਫਿਰ ਉਧਰੋਂ ਪੱਛਮ ਦਿਸ਼ਾ ਵਿੱਚੋਂ ਕੁਝ ਜਰਵਾਣੇ ਉਹ ਹਿੰਦੁਸਤਾਨ ਤੇ ਚੜ੍ਹ ਕੇ ਆਉਣਗੇ। ਇਸ਼ਾਰਾ ਨਾਦਰ ਤੇ ਅਬਦਾਲੀ ਵੱਲ ਹੋ ਰਿਹਾ ਹੈ। ਪਾਤਸ਼ਾਹ ਕਹਿੰਦੇ ਨਾਦਰ ਆਵੇਗਾ ਉਧਰੋਂ, ਫਿਰ ਹਿੰਦੁਸਤਾਨ ਤੇ ਚੜ੍ਹਾਈ ਕਰਕੇ, ਹਮਲਾ ਕਰਕੇ। ਜਵਨ ਕੰਧਾਰੀ ਆਵੇਂ ਜਾਏ, ਉਹ ਕੰਧਾਰੀ ਯਮਨ ਆਉਣਗੇ, ਜਾਣਗੇ, ਕਈ ਵਾਰੀ ਆ ਕੇ ਦੇਸ਼ ਨੂੰ ਲੁੱਟਣਗੇ। ਉਜਰੇ ਕਨੇ ਦੇਸ਼ ਦੁੱਖ ਪਾਏ, ਔਰ ਬਹੁਤ ਸਾਰਿਆਂ ਦੇਸ਼ਾਂ ਨੂੰ ਉਜਾੜਨਗੇ, ਬਹੁਤ ਸਾਰੇ ਰਾਜ ਨੂੰ ਉਜਾੜ ਕੇ ਬਹੁਤ ਸਾਰੇ ਦੁੱਖ ਦੇਣਗੇ। 1900 ਸੰਮਤ ਜਬ ਹੋਏ, ਜਦੋਂ 1900 ਸੰਮਤ ਬਿਕਰਮੀ ਪੂਰਾ ਹੋ ਜਾਵੇਗਾ, ਜੀਵੇਂ ਤੁਰਕ ਰਾਜ ਸਭ ਖੋਏ, ਉਦੋਂ ਤੱਕ ਇਹਨਾਂ ਦਾ ਇੱਕ ਨਾਂ ਦਾ ਹੀ ਬਾਦਸ਼ਾਹ ਰਹਿ ਜਾਏਗਾ, ਮੁਗਲਾਂ ਦਾ ਬਹਾਦਰ ਸ਼ਾਹ ਜ਼ਫਰ। ਇਹ ਮੁਗਲਾਂ ਦਾ, ਹਿੰਦੁਸਤਾਨ ਦਾ ਅਖੀਰਲਾ ਬਾਦਸ਼ਾਹ ਸੀ। ਇਹ ਮੁੜ ਕੇ ਸਟੈਂਪ ਹੀ ਰੱਖੀ ਰਬੜ ਦੀ ਅੰਗਰੇਜ਼ਾਂ ਨੇ, ਰਾਜ ਆਪ ਕਰਦੇ ਸੀ, ਇਹਨੂੰ ਤਨਖਾਹ ਦੇ ਕੇ ਰੱਖ ਛੱਡਿਆ ਵੀ ਤੂੰ ਬਹਿ ਕੇ ਕਵਿਤਾਵਾਂ ਉਚਾਰਨ ਕਰੀ ਜਾਇਆ ਕਰ। ਪਾਤਸ਼ਾਹ ਕਹਿੰਦੇ ਉਦੋਂ ਤੱਕ, ਬਹਾਦਰ ਸ਼ਾਹ ਜ਼ਫਰ ਤੱਕ, 1900 ਸੰਮਤ ਬਿਕਰਮੀ ਦੇ ਵਿੱਚ ਇਹਨਾਂ ਦਾ ਤਕਰੀਬਨ ਸਾਰਾ ਹੀ ਰਾਜ ਜਿਹੜਾ ਹੈ ਉਹ ਸਮਾਪਤ ਹੋ ਜਾਵੇਗਾ। ਯਾਨੀ ਕਿ 1843 ਈਸਵੀ ਬਣਦਾ ਹੈ ਤੇ 1900 ਸੰਮਤ ਬਿਕਰਮੀ ਬਣਦਾ ਹੈ, ਜਦੋਂ ਇਹਨਾਂ ਦਾ ਅਖੀਰਲਾ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਜਿਉਂਦਾ ਸੀ। ਰਾਗ ਸਵਾਰਾ ਗਵਾਚ ਚੁੱਕਾ ਸੀ, ਦਿੱਲੀ ਕੀ ਬਾਦਸ਼ਾਹ ਸੀ, ਹਕੂਮਤ ਸਾਰੀ ਲਗਭਗ ਅੰਗਰੇਜ਼ਾਂ ਦੇ ਹੱਥ ਆ ਚੁੱਕੀ ਸੀ। ਉਹਦਾ ਜ਼ਿਕਰ ਗੁਰੂ ਕਲਗੀਧਰ ਪਾਤਸ਼ਾਹ ਜੀ ਕਰ ਰਹੇ ਨੇ। ਮਾਰ ਕੂਟ ਪੂਰਬ ਤੇ ਤਾਵੇਂ, ਖਾਲਸਾ ਜੀ ਇਹ ਬਚਨ ਗੁਰਦੇਵ ਜੀ 1700 ਈਸਵੀ ਵਿੱਚ ਕਰ ਰਹੇ ਨੇ, ਤੇ ਬਚਨ ਜਿਹੜੇ 200 ਸਾਲ ਬਾਅਦ ਹੋਣੇ ਨੇ, 200 ਸਾਲ ਬਾਅਦ ਜਿਹੜੀ ਪਰਿਸਥਿਤੀ ਹੋਣੀ ਹੈ ਉਹ ਮਹਾਰਾਜ ਜੀ 1700 ਚ ਦੱਸ ਰਹੇ ਨੇ, ਤੇ 1900 ਵਿੱਚ ਮਹਾਰਾਜ ਜੀ ਕਹਿੰਦੇ ਇਹਨਾਂ ਦਾ ਰਾਜ ਖਤਮ ਹੋਣਾ। ਐਨ ਐਗਜ਼ੈਕਟ ਪੂਰੀ ਉਹੀ ਤਰੀਕ, ਉਦਾਂ ਹੀ ਸਮਾਂ ਬਣਦਾ ਹੈ। ਇਹ ਗੁਰਦੇਵ ਨੇ ਭਵਿੱਖਤ ਬਚਨ ਕੀਤੇ ਹਨ। ਤੇ
ਹਾਂਜੀ ਦੁਬਾਰਾ ਪੜੋ ਜੀ। ਮਾਰ ਕੂਟ ਪੂਰਬ ਤੇ ਧਾਵੇ, ਕਹਿੰਦੇ ਉਧਰ ਪੂਰਬ ਵਾਲੇ ਪਾਸੇ ਤੱਕ ਮਾਰ ਕੁੱਟ ਕੇ ਜਾਣਗੇ। ਸੈਨ ਪਿਆਦੀ ਈਸੈ ਆਵੇ, ਇਹ ਜਿਹੜੀ ਈਸ਼ਾ ਦੀ ਫੌਜ ਹੈ ਨਾ, ਈਸਾ ਦੀ, ਕਿਉਂਕਿ ਅੰਗਰੇਜ਼ ਈਸਾਈ ਨਾ, ਈਸਾ ਨੂੰ ਮੰਨਣ ਵਾਲੇ, ਇਹ ਫੌਜ ਆਵੇਗੀ ਉਧਰੋਂ ਪੂਰਬ ਵਾਲੇ ਪਾਸਿਓਂ ਇੱਧਰ ਨੂੰ ਚੜ੍ਹਦੀ ਹੋਈ। ਮਿਲੇ ਖਾਲਸਾ ਆਪਨ ਫੂਟ, ਇੱਧਰ ਖਾਲਸਾ ਵੀ ਫੁੱਟ ਗਿਆ ਹੋਵੇਗਾ, ਖਾਲਸੇ ਵਿੱਚ ਵੀ ਫੁੱਟ, ਕਿਉਂਕਿ ਇੱਧਰ ਦੀਆਂ ਜਿਹੜੀਆਂ ਰਿਆਸਤਾਂ ਸਨ ਫੂਲਕਿਆਂ ਦੀਆਂ, ਉਧਰ ਸਿੱਖ ਰਿਆਸਤਾਂ ਮਹਾਰਾਜਾ ਰਣਜੀਤ ਸਿੰਘ, ਇਹ ਸਾਰੀਆਂ ਆਪਸ ਵਿੱਚ ਪਾੜ ਚੁੱਕੀਆਂ ਸਨ। ਮਹਾਰਾਜ ਜੀ ਕਹਿੰਦੇ ਇਹਨਾਂ ਦੀ ਆਪਸੀ ਫੁੱਟ ਕਰਕੇ ਉਹ ਅੰਗਰੇਜ਼ ਕਾਬਜ ਹੋਣਗੇ। ਨਰ ਨਾਰੀ ਕਰ ਸਗਰੇ ਟੂਟ, ਬਹੁਤ ਸਾਰੇ ਨਰ ਨਾਰੀਆਂ ਦੇ ਘਰ ਟੁੱਟਣਗੇ। ਸ਼ਸਤਰਨ ਛੋਰ ਵਿਪਰਨ ਸਮਰਏ, ਫਿਰ ਹੌਲੇ ਹੌਲੇ ਕਰਕੇ ਜਦੋਂ ਇਹਨਾਂ ਦਾ ਰਾਜ ਜਾਏਗਾ, ਇਹ ਸ਼ਸਤਰਾਂ ਨੂੰ ਛੱਡ ਕੇ ਵਿਪਰਨ ਸਮ ਰਹਿਣਗੇ। ਬੇਮੁਖ ਸਿੱਖ ਤਬੇ ਦੁਖ ਲਏ, ਜਿਹੜੇ ਗੁਰੂ ਘਰ ਤੋਂ ਬੇਮੁਖ ਸਿੱਖ ਹੋਣਗੇ ਉਹਨਾਂ ਨੂੰ ਦੁੱਖ ਭੋਗਣੇ ਪੈਣਗੇ। ਪੰਥ ਰਚਨ ਮੈਂ ਕਾਹਲ ਹੋਈ, ਕਹਿੰਦੇ ਪੰਥ ਅਸੀਂ ਪਹਿਲਾਂ ਰਚ ਦਿੱਤਾ ਖਾਲਸਾ, ਕਿਤਕ ਬਰਖ ਆਗੇ ਲਖ ਸੋਈ। ਹੁਣ ਇਹ ਰਾਜ ਖਾਲਸੇ ਨੂੰ ਕੁਝ ਸਾਲ ਬਾਅਦ ਵਿੱਚ ਜਾ ਕੇ ਪ੍ਰਾਪਤ ਹੋਣਾ। ਜਾਂ ਤੇ ਸੰਕਟ ਕੋ ਕੁਛ ਪਾਏ, ਇਸ ਕਰਕੇ ਖਾਲਸੇ ਨੂੰ ਕੁਝ ਸੰਕਟ ਸਹਿਣੇ ਪੈਣਗੇ। ਹੋਏ ਖਾਲਸਾ ਛਿਤਰੈ ਜਾਏ, ਔਰ ਇਸ ਖਾਲਸੇ ਦਾ ਧਰਤੀ ਤੇ ਰਾਜ ਹੋਵੇਗਾ, ਬਿਲਕੁਲ ਨਾਸ਼ ਨਹੀਂ ਹੋਵੇਗਾ ਖਾਲਸੇ ਦਾ। ਆਏ ਕੰਧਾਰੀ ਇੱਕ ਬਲ ਭਾਰੀ, ਫਿਰ ਇੱਕ ਕੰਧਾਰੀ ਆਵੇਗਾ ਬੜਾ ਬਲੀ। ਪਹਿਲਾਂ ਨਾਦਰ ਦਾ ਜ਼ਿਕਰ ਕੀਤਾ, ਹੁਣ ਮਹਾਰਾਜ ਜੀ ਅਬਦਾਲੀ ਵੱਲ ਇਸ਼ਾਰਾ ਕਰਦੇ ਨੇ। ਕਹਿੰਦੇ ਕਿਉਂਕਿ 1803 ਸੰਮਤ ਬਿਕਰਮੀ ਦੇ ਨੇੜੇ ਤੇੜੇ 4 ਦੇ ਵਿੱਚ ਅਬਦਾਲੀ ਨੇ ਹਿੰਦੁਸਤਾਨ ਤੇ ਹਮਲੇ ਕਰਨੇ ਸ਼ੁਰੂ ਕੀਤੇ, ਤੇ ਪਾਤਸ਼ਾਹ ਕਹਿੰਦੇ ਫਿਰ ਇੱਕ ਹੋਰ ਕੰਧਾਰੀ ਆਵੇਗਾ ਨਾਦਰ ਤੋਂ ਬਾਅਦ, ਅਬਦਾਲੀ ਵੱਲ ਇਸ਼ਾਰਾ ਕਰਦੇ ਨੇ, ਉਹ ਆ ਕੇ ਬੜੇ ਭਾਰੀ ਸੰਕਟ ਦੇਵੇਗਾ ਮੇਰੇ ਖਾਲਸੇ ਨੂੰ, ਮੇਰੇ ਸਿੰਘਾਂ ਨੂੰ ਬਹੁਤ ਸਾਰੇ ਭਾਰੀ ਕਸ਼ਟ ਦੇਵੇਗਾ। ਸਿੰਘਨ ਅਨਗਨ ਕੋ ਦੇ ਮਾਰੀ, ਬਹੁਤ ਸਾਰੇ ਅਣਗਿਣਤ ਸਿੰਘਾਂ ਨੂੰ ਮਾਰੇਗਾ। ਯਾਨੀ ਕਿ ਵੱਡਾ ਘੱਲੂਘਾਰਾ ਜਿਹੜਾ ਹੋਇਆ ਅਬਦਾਲੀ ਨੇ ਕੀਤਾ। ਵੱਡੇ ਘੱਲੂਘਾਰੇ ਦਾ ਇਸ਼ਾਰਾ ਮਹਾਰਾਜ ਕਲਗੀਧਰ ਜੀ ਕਰ ਰਹੇ ਨੇ, ਜੋ 1818 ਸੰਮਤ ਬਿਕਰਮੀ ਦੇ ਵਿੱਚ ਹੋਇਆ, ਫਰਵਰੀ ਦੇ ਮਹੀਨੇ 'ਚ। ਛੋਟਾ ਘੱਲੂਘਾਰਾ ਕੋਪਰਹੀਡ ਦੇ ਮੈਦਾਨ ਦੇ ਵਿੱਚ, ਜੋ ਕਾਹਨੂੰ ਆਉਣ ਦੀ ਸਭ ਤੋਂ ਸ਼ੁਰੂ ਹੁੰਦਾ ਹੋਇਆ ਪਰੇ ਨੂੰ ਗਿਆ ਹੈ, ਜਿਹਦੇ ਵਿੱਚ ਲਖਪਤ ਨੇ ਹਜ਼ਾਰਾਂ ਫੌਜਾਂ ਲਿਆ ਕਰਕੇ ਸਿੰਘਾਂ ਤੇ ਹਮਲਾ ਕੀਤਾ ਸੀ। ਜਿਹੜਾ ਇਹ ਫਰਵਰੀ ਦੇ ਵਿੱਚ ਵੱਡਾ ਘੱਲੂਘਾਰਾ ਹੋਇਆ ਕੋਪਰਹੀਡ ਦੇ ਮੈਦਾਨ 'ਚ, ਇੱਧਰ ਮਲੇਰ ਕੋਟਲੇ ਵਾਲੇ ਇਲਾਕੇ, ਸੈਂਕੜੇ ਪਿੰਡ ਇੱਧਰ ਆਲੇ ਦੁਆਲੇ, ਖਾਲਸਾ ਜੀ ਸਿੰਘਾਂ ਦੇ ਖੂਨ ਦੇ ਨਾਲ ਉਹ ਸਾਰੀ ਧਰਤੀ ਲਾਲ ਹੈ। ਪਾਤਸ਼ਾਹ ਦੱਸ ਰਹੇ ਨੇ, ਕਹਿੰਦੇ ਇੱਕ ਕੰਧਾਰੀ ਆਵੇਗਾ, ਫੇਰ ਅਬਦਾਲੀ ਵੱਲ ਇਸ਼ਾਰਾ ਹੈ, ਉਹ ਆ ਕੇ ਮੇਰੇ ਅਣਗਿਣਤ ਸਿੰਘਾਂ ਨੂੰ ਮਾਰੇਗਾ, ਅਣਗਿਣਤ ਖਾਲਸੇ ਨੂੰ, ਬਹੁਤ ਸਾਰੇ ਸਿੰਘਾਂ ਨੂੰ ਸ਼ਹੀਦ ਕਰੇਗਾ। ਵੱਡਾ ਘੱਲੂਘਾਰਾ ਹੋਵੇਗਾ, ਪਰ ਸਿੰਘ ਫਿਰ ਵੀ ਚੜ੍ਹਦੀ ਕਲਾ 'ਚ ਹੀ ਰਹਿਣਗੇ। 30,000 ਤੋਂ ਵੀ ਵੱਧ ਸਿੰਘ ਸਿੰਘਣੀਆਂ ਬੱਚੇ ਇਸ ਵੱਡੇ ਘੱਲੂਘਾਰੇ ਦੇ ਵਿੱਚ ਸ਼ਹੀਦ ਹੋਏ ਸਨ। ਗੁਰਦੇਵ ਜੀ ਉਹ ਕੁਝ ਭਵਿੱਖਤ ਬਚਨ ਦੱਸ ਰਹੇ ਨੇ ਕਿ ਅਬਦਾਲੀ ਫਿਰ ਕਿਵੇਂ ਖਤਮ ਹੋਵੇਗਾ, ਕਿਵੇਂ ਖਾਲਸੇ ਦਾ ਰਾਜ ਹੋਵੇਗਾ। ਉਹ ਸਾਰੇ ਬਚਨ ਮਹਾਰਾਜ ਜੀ ਸਿੰਘਾਂ ਨੂੰ ਸੁਣਾ ਰਹੇ ਨੇ। ਇਹ ਸਾਰੀ ਵਾਰਤਾ ਜਿਹੜੀ ਆਉਣ ਵਾਲੇ ਸਮੇਂ ਵਿੱਚ ਮਹਾਰਾਜ ਜੀ ਦੇ ਜੋਤੀ ਜੋਤ ਸਮਾਵਣ ਤੋਂ ਤਕਰੀਬਨ 8-10 ਦਹਾਕੇ ਬਾਅਦ ਵਿੱਚ ਜਿਹੜੀਆਂ ਘਟਨਾਵਾਂ ਘਟਣੀਆਂ ਨੇ, ਉਹ ਮਹਾਰਾਜ ਜੀ ਖਾਲਸੇ ਨੂੰ ਦੱਸ ਕੇ ਸੁਚੇਤ ਕਰ ਰਹੇ ਨੇ। ਉਹ ਕਥਾ ਸਹਿਜੇ ਸਹਿਜੇ ਪ੍ਰਕਰਣਾ ਸਹਿਤ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਕਥਾ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ।